ਦਸ਼ਮੇਸ਼ ਪਿਤਾ ਸਰਬੰਸ ਦਾਨੀ ਦਾਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਬਾਣੀ ਦੇ ਰਾਹੀਂ ਸਮਝਾਉਂਦੇ ਹਨ ਕਿ ਜਪ ਤਪ ਸੰਯਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਭਰੇ ਕੀ ਰਾਖਿਓ ਸਰਨਾ। ਕਿ ਮਾਲਕ ਚੜ੍ਹਦਿਆਂ ਹੋਇਆਂ ਹਰ ਮਨੁੱਖ ਦੋ ਤਰ੍ਹਾਂ ਦੇ ਕਰਮ ਦੇ ਵਿੱਚੋਂ ਇੱਕ ਕਰਮ ਕਰਦਾ ਹੈ। ਇਹ ਦੋ ਕਰਮ ਹਨ, ਇੱਕ ਹਨ ਅੱਛੇ ਕਰਮ, ਇੱਕ ਹਨ ਬੁਰੇ ਕਰਮ। ਅੱਛੇ ਕਰਮ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਹਦੇ ਵਿੱਚ ਜਪ ਕਰਨਾ, ਤਪ ਕਰਨਾ, ਸੰਯਮ ਵਿੱਚ ਰਹਿਣਾ, ਧਰਮ ਨੂੰ ਕਮਾਉਣਾ, ਮਹਾਂਪੁਰਖਾਂ ਦੀ ਸੇਵਾ ਕਰਨੀ, ਉਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੁੜੇ ਰਹਿਣਾ। ਤੇ ਜਿਹੜੇ ਇਹ ਕਰਮ ਨਹੀਂ ਕਰਦੇ ਹਨ ਉਹ ਬੁਰੇ ਕਰਮ ਹਨ। ਅੱਛੇ ਕਰਮ ਇਹ ਕਰਮ ਕਰਨ ਵਾਲਿਆਂ ਦੇ ਮਨ ਦੇ ਵਿੱਚ ਦਇਆ ਆ ਜਾਂਦੀ ਹੈ, ਸਹਿਨਸ਼ੀਲਤਾ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ, ਤਰਸ ਆ ਜਾਂਦਾ ਹੈ, ਰਹਿਮ ਆ ਜਾਂਦਾ ਹੈ, ਹਰ ਕਿਸੇ ਦੇ ਨਾਲ ਪ੍ਰੇਮ ਭਾਵ ਸ਼ਾਲੀਨਤਾ ਆ ਜਾਂਦੀ ਹੈ, ਕਿਉਂਕਿ ਉਹ ਧਰਮੀ ਬਣ ਜਾਂਦਾ, ਉਹ ਧਰਮ ਕਮਾਉਂਦਾ ਹੈ। ਤੇ ਜਿਹੜਾ ਇਹ ਕਰਮ ਨਹੀਂ ਕਰਦਾ ਉਹ ਦੇ ਮਨ ਦੇ ਵਿੱਚ ਕਾਮ, ਵਾਸਨਾ, ਕ੍ਰੋਧ, ਹੰਕਾਰ, ਈਰਸ਼ਾ, ਦਵੇਸ਼, ਜੈਲਸ, ਬੇਰਹਿਮਤਾ, ਕਠੋਰਤਾ, ਇਹ ਸਾਰੇ ਗੁਣ ਆ ਜਾਂਦੇ ਹਨ, ਕਿਉਂਕਿ ਉਹ ਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਸਮਝਣ ਲੱਗ ਜਾਂਦੇ ਹਨ। ਤੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕਈ ਵਾਰੀ ਜਿਹੜੇ ਅੱਛੇ ਕਰਮ ਕਰਦੇ ਹਨ, ਅੱਛੇ ਹੁੰਦੇ ਹਨ, ਸਾਰੇ ਆਸ ਪਾਸ ਰਿਸ਼ਤੇਦਾਰ ਸਗੇ ਸੰਬੰਧੀ ਵੀ ਉਹਨਾਂ ਨੂੰ ਇੱਜ਼ਤ ਮਾਨ ਸਤਿਕਾਰ ਦਿੰਦੇ ਹਨ, ਅੱਛਾ ਆਖਦੇ ਹਨ, ਪਰ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ ਹਨ, ਉਹਨਾਂ ਤੇ ਔਕੜਾਂ ਆ ਜਾਂਦੀਆਂ ਹਨ। ਤੇ ਕਈ ਵਾਰੀ ਬੁਰੇ ਕਰਮ ਕਰਨ ਵਾਲਾ ਰਾਜ ਭੋਗਦਾ ਹੈ, ਉਹਦੇ ਕੋਲੋਂ ਧਨ, ਸੁੱਖ, ਸੁਵਿਧਾਵਾਂ, ਦੁਨਿਆਵੀ ਪਦਾਰਥ ਦੇ ਸਾਰੇ ਸੁੱਖ ਹੁੰਦੇ ਹਨ। ਤੇ ਕਈ ਵਾਰੀ ਮਨ ਵਿੱਚ ਆ ਜਾਂਦਾ ਹੈ ਕਿ ਵੇਖੋ ਇਹ ਵਿਚਾਰਾ ਨੇਮੀ ਹੈ, ਧਰਮੀ ਹੈ, ਕਰਮੀ ਹੈ, ਅੱਛਾ ਇਨਸਾਨ ਹੈ, ਅੱਛੇ ਕਰਮ ਕਰਦਾ ਹੈ, ਪਰ ਇਸ ਦੇ ਦੁੱਖ ਬੜੇ ਹਨ। ਤਾਂ ਇਸ ਦਾ ਸਾਨੂੰ ਹੱਲ ਧੰਨ ਗੁਰੂ ਨਾਨਕ ਦੇਵ ਜੀ ਦੀ ਇਹ ਪ੍ਰਸੰਗ ਸਾਨੂੰ ਇਹ ਸੀਖ ਦਿੰਦਾ ਹੈ, ਜੋ ਉਹਨਾਂ ਦੇ ਵੇਲੇ ਉਹਨਾਂ ਦੇ ਦੋ ਸਿੱਖ ਹੋਏ ਹਨ, ਇੱਕ ਦਾ ਨਾਮ ਜੀਵਨ ਤੇ ਇੱਕ ਦਾ ਨਾਮ ਲਾਲਾ। ਦੋਨੋਂ ਹੀ ਮਹਾਂਪੁਰਖਾਂ ਦੇ ਕੋਲੋਂ ਜਾਂਦੇ ਸਨ, ਵਚਨ ਸੁਣਦੇ ਸਨ, ਸੇਵਾ ਕਰਦੇ ਸਨ, ਧਰਮ ਕਮਾਉਂਦੇ ਸਨ। ਇੱਕ ਵਾਰੀ ਲਾਲਾ ਨੇ ਇੱਕ ਵੈਸ਼ਿਆ ਨੂੰ ਵੇਖਿਆ, ਉਸਦੀ ਸੁੰਦਰਤਾ ਤੇ ਮੋਹਿਤ ਹੋ ਗਿਆ, ਪਰ ਅੱਜ ਚੱਲਾ ਤਾਂ ਗਿਆ ਮਹਾਂਪੁਰਖਾਂ ਦੇ ਡੇਰੇ 'ਚ, ਉੱਥੇ ਜਾ ਕੇ ਉਸਦਾ ਮਨ ਨਹੀਂ ਲੱਗਿਆ। ਚਿੱਤ ਵਿੱਚ ਉਹੀ ਵੈਸ਼ਿਆ ਘੁੰਮਣ ਲੱਗ ਗਈ। ਤੇ ਅਗਲੇ ਦਿਨ ਵੀ ਜਦੋਂ ਮਨ ਨਾ ਲੱਗਿਆ ਤਾਂ ਫਿਰ ਇੱਕ ਪੇੜ ਦੇ ਹੇਠਾਂ ਖਲੋ ਕੇ, ਕਿਉਂਕਿ ਇੱਕ ਰਸਤਾ ਜਾਂਦਾ ਸੀ ਮਹਾਂਪੁਰਖਾਂ ਦੇ ਡੇਰੇ ਤੇ ਦੂਜਾ ਰਸਤਾ ਜਾਂਦਾ ਸੀ ਉਸ ਵੈਸ਼ਿਆ ਦੇ ਘਰ, ਆਪਣੇ ਉਸ ਮਿੱਤਰ ਨੂੰ ਆਖਣ ਲੱਗਾ ਕਿ ਜੀਵਨ ਤੂੰ ਜਾ, ਜੇ ਸਤਸੰਗ ਸੁਣਨਾ ਹੈ, ਸੇਵਾ ਕਰਨੀ ਹੈ, ਮਹਾਂਪੁਰਖਾਂ ਦੇ ਦੀਦਾਰ ਕਰਨੇ ਹਨ, ਪਰ ਮੈਂ ਤਾਂ ਇੱਧਰ ਜਾਵਾਂਗਾ। ਤੇ ਜੇ ਤੂੰ ਪਹਿਲਾਂ ਆ ਜਾਵੇਂ ਤਾਂ ਇੱਥੇ ਮੇਰੀ ਇੰਤਜ਼ਾਰ ਕਰੀ, ਜੇ ਮੈਂ ਪਹਿਲਾਂ ਆ ਗਿਆ ਤਾਂ ਮੈਂ ਤੇਰੀ ਇੰਤਜ਼ਾਰ ਕਰਾਂਗਾ, ਦੋਨੋਂ ਘਰ ਇਕੱਠੇ ਚੱਲਾਂਗੇ। ਇੱਦਾਂ ਹੀ ਇਹ ਸਿਲਸਿਲਾ ਚੱਲਦਾ ਰਿਹਾ। ਘਰੋਂ ਦੋਨੋਂ ਭਾਈ ਜੀਵਨ ਤੇ ਭਾਈ ਲਾਲਾ ਇਕੱਠੇ ਆਉਂਦੇ, ਆ ਕੇ ਉਸੀ ਪੇੜ ਦੇ ਹੇਠਾਂ ਹੀ ਦੋਨੋਂ, ਇੱਕ ਜਾਂਦਾ ਜੀਵਨ ਜਾਂਦਾ ਮਹਾਂਪੁਰਖਾਂ ਦੇ ਡੇਰੇ ਤੇ ਲਾਲਾ ਜਾਂਦਾ ਉਸ ਵੈਸ਼ਿਆ ਤੇ। ਜਾਂਦਿਆਂ ਜਾਂਦਿਆਂ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਉਹ ਲਾਲਾ ਜੀਵਨ ਨੂੰ ਆਖਦਾ ਹੈ ਕਿ ਜੀਵਨ ਦੇਖ, ਤੈਨੂੰ ਕੀ ਮਿਲਿਆ, ਜਿੱਦਾਂ ਤੇਰੀ ਜ਼ਿੰਦਗੀ ਪਹਿਲਾਂ ਬੀਤ ਰਹੀ ਸੀ, ਦੁੱਖ ਆ ਰਹੇ ਸਨ, ਮੁਸੀਬਤਾਂ ਆ ਰਹੀਆਂ ਸਨ, ਅੱਜ ਵੀ ਉਸੇ ਤਰ੍ਹਾਂ ਹੀ ਹਨ। ਚਾਹੇ ਤੂੰ ਡੇਰੇ ਤੇ ਜਾਂਦਾ ਹੈ, ਤੂੰ ਨਿਤਨੇਮੀ ਬਣ ਗਿਆ ਹੈ, ਤੂੰ ਨਾਮ ਜਪਦਾ ਹੈ, ਅੱਛੇ ਅੱਛੇ ਕਰਮ ਕਰਦਾ ਹੈ, ਪਰ ਤੇਰਾ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ। ਤੇ ਮੈਨੂੰ ਵੇਖ, ਜਿੱਦਾਂ ਮੇਰਾ ਜੀਵਨ ਪਹਿਲਾਂ ਸੀ ਉਸੇ ਤਰ੍ਹਾਂ ਹੀ ਅੱਜ ਹੈ। ਮੈਂ ਰੋਜ਼ ਜਾਂਦਾ ਹਾਂ, ਆਨੰਦ ਵੀ ਲਿਆਂਦਾ ਹਾਂ, ਮਜ਼ੇ ਵੀ ਕਰਦਾ ਹਾਂ, ਔਰ ਪਰ ਮੇਰਾ ਜੀਵਨ ਦੇ ਵਿੱਚ ਤੇ ਕੋਈ ਪਰਿਵਰਤਨ ਨਹੀਂ ਹੈ, ਤੇਰੇ ਤੋਂ ਤੇ ਅੱਛਾ ਹੀ ਹੈ। ਭਾਈ ਜੀਵਨ ਇਹ ਸੁਣ ਕੇ ਭਾਈ ਲਾਲਾ ਕੋਲੋਂ ਚੁੱਪ ਕਰ ਗਿਆ। ਕੁਝ ਦਿਨ ਬੀਤੇ ਤਾਂ ਅੱਜ ਭਾਈ ਲਾਲਾ, ਕਿਉਂਕਿ ਵੈਸ਼ਿਆ ਘਰ ਨਹੀਂ ਸੀ, ਤਾਂ ਸਮਾਂ ਤੋਂ ਪਹਿਲਾਂ ਉਸ ਵ੍ਰਿਕਸ਼ ਦੇ ਹੇਠਾਂ ਆ ਗਿਆ। ਇੰਤਜ਼ਾਰ ਵਿੱਚ ਬੈਠਾ ਸੀ ਆਪਣੇ ਮਿੱਤਰ ਦੇ ਜੀਵਨ ਦੀ,
ਤਾਂ ਇੱਕ ਛੋਟੀ ਜਿਹੀ ਲੱਕੜ ਉਸਨੂੰ ਨਜ਼ਰ ਆਈ। ਉਸ ਲੱਕੜੀ ਨੂੰ ਚੁੱਕ ਕੇ ਤਾਂ ਹੇਠੋਂ ਮਿੱਟੀ ਖੋਦਣ ਲੱਗ ਗਿਆ। ਖੋਦਦੇ ਉਸਨੂੰ ਏਦਾਂ ਵਾਪਰਿਆ ਕਿ ਕੋਈ ਚੀਜ਼ ਹੈ। ਤਾਂ ਹੋਰ ਉਤਸੁਕਤਾ ਦੇ ਨਾਲ ਉਸਨੂੰ ਖੋਦਿਆ ਤਾਂ ਕੀ ਵੇਖਦਾ ਕਿ ਅੰਦਰ ਇੱਕ ਇਤਨਾ ਵੱਡਾ ਮਟਕਾ ਹੈ। ਉਸ ਮਟਕੇ ਦੇ ਵਿੱਚ ਇੱਕ ਸੋਨੇ ਦੀ ਮੋਹਰ ਹੈ। ਉਹ ਚੁੱਕੀ ਹੱਥ ਤੇ ਰੱਖੀ, ਪ੍ਰਸੰਨ ਹੋਇਆ ਤੇ ਦੂਰੋਂ ਨਜ਼ਰ ਪਈ ਤੇ ਭਾਈ ਜੀਵਨ ਵੀ ਲੰਗੜਾ ਕੇ ਆ ਰਿਹਾ ਸੀ। ਜਦੋਂ ਭਾਈ ਜੀਵਨ ਕੋਲ ਆਇਆ ਤੇ ਪੁੱਛਣ ਲੱਗਾ, ਲਾਲਾ ਕਿ ਜੀਵਨ ਕੀ ਹੋਇਆ ਤੇਰੇ ਪੈਰ ਨੂੰ? ਤੇ ਜੀਵਨ ਆਖਣ ਲੱਗਾ ਕਿ ਅੱਜ ਮੇਰੇ ਪੈਰ ਵਿੱਚ ਕੰਡਾ ਆਰ ਪਾਰ ਹੋ ਗਿਆ, ਖੂਨ ਨਿਕਲਿਆ, ਬਹੁਤ ਦਰਦ ਹੋ ਰਹੀ ਹੈ, ਇਸ ਕਰਕੇ ਹੌਲੀ ਹੌਲੀ ਲੰਗੜਾ ਕੇ ਆ ਰਿਹਾ ਹਾਂ। ਤਾਂ ਇਹ ਸੁਣ ਕੇ ਲਾਲਾ ਨੇ ਜ਼ੋਰ ਦੀ ਤਾਲੀ ਮਾਰੀ, ਖਿਲਖਿਲਾ ਕੇ ਹੱਸਿਆ, ਆਖਣ ਲੱਗਾ, ਦੇਖ ਕੀ ਫਾਇਦਾ ਹੋਇਆ ਤੈਨੂੰ। ਤੂੰ ਸਤਸੰਗ ਤੇ ਜਾਂਦਾ ਹੈ, ਮਹਾਂਪੁਰਖਾਂ ਦੀ ਸੇਵਾ ਕਰਦਾ ਹੈ, ਡੇਰੇ ਤੇ ਜਾਂਦਾ ਹੈ, ਭਜਨ ਕੀਰਤਨ ਕਰਦਾ ਹੈ, ਕਿਸੇ ਤੇ ਵੀ ਕਦੇ ਵੀ ਕਠੋਰਤਾ ਨਹੀਂ ਕਰਦਾ, ਮਨ ਵਿੱਚ ਦਇਆ, ਤਰਸ, ਰਹਿਮ ਇਹ ਵੀ ਰੱਖਦਾ ਹੈ, ਸ਼ਾਂਤ ਵੀ ਰਹਿੰਦਾ ਹੈ। ਫਿਰ ਵੇਖ ਅੱਜ ਤੇਰਾ ਖੂਨ ਨਿਕਲਿਆ, ਤੈਨੂੰ ਕੰਡਾ ਆਰ ਪਾਰ ਕਰ ਗਿਆ, ਤੈਨੂੰ ਦਰਦ ਹੋਈ, ਪਰ ਮੈਨੂੰ ਤਾਂ ਦੇਖ ਮੈਂ ਮੌਜ ਵੀ ਲੁੱਟੀ, ਮੈਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਦਾ ਆਨੰਦ ਵੀ ਲਿਆ ਔਰ ਮੈਨੂੰ ਅੱਜ ਦੇਖ ਇਹ ਸੋਨੇ ਦੀ ਮੋਹਰ ਮਿਲੀ। ਇਹ ਸੁਣ ਕੇ ਵੇਖ ਕੇ ਭਾਈ ਜੀਵਨ ਦੇ ਮਨ ਦੇ ਵਿੱਚ ਥੋੜਾ ਜਿਹਾ ਅਸ਼ਾਂਤੀ ਤੇ ਹੋਈ, ਦੁੱਖ ਤਾਂ ਹੋਇਆ ਕਿ ਵੇਖੋ ਇਹ ਆਖਦਾ ਤਾਂ ਠੀਕ ਹੈ ਕਿਉਂਕਿ ਇਹ ਤੇ ਹਰ ਰੋਜ਼ ਵੈਸ਼ਿਆ ਕੋਲ ਜਾਂਦਾ ਹੈ, ਫਿਰ ਵੀ ਇਸਨੂੰ ਸੋਨੇ ਦੀ ਮੋਹਰ ਮਿਲੀ। ਔਰ ਮੈਂ ਰੋਜ਼ ਮਹਾਂਪੁਰਖਾਂ ਕੋਲ ਜਾਂਦਾ ਹਾਂ, ਮਨ ਨਾਲ ਜਾਂਦਾ ਹਾਂ, ਭਾਵ ਨਾਲ ਜਾਂਦਾ ਹਾਂ, ਪ੍ਰੇਮ ਰੱਖ ਕੇ ਜਾਂਦਾ ਹਾਂ, ਉੱਥੇ ਸੇਵਾ ਵੀ ਕਰਦਾ ਹਾਂ, ਬਾਣੀ ਵੀ ਸੁਣਦਾ ਹਾਂ, ਰਸ ਵੀ ਮਾਣਦਾ ਹਾਂ, ਸਭ ਤੇ ਤਰਸ ਰਹਿਮ ਵੀ ਕਰਦਾ ਹਾਂ, ਫਿਰ ਵੀ ਮੈਨੂੰ ਕੰਡਾ ਚੁਭਿਆ। ਇਹੀ ਸੀ ਜੀ ਰਾਤ ਨੂੰ ਘਰ ਆ ਕੇ ਵੀ ਚੈਨ ਨਾ ਮਿਲਿਆ, ਨੀਂਦਰਾ ਨਾ ਆਈ, ਪਰੇਸ਼ਾਨੀ ਰਹੀ। ਅਗਲੇ ਦਿਨ ਸਵੇਰੇ ਵੀ ਪਰੇਸ਼ਾਨ ਰਿਹਾ, ਕਿਰਤ ਕਰਦਿਆਂ ਹੋਇਆਂ ਸ਼ਾਮਾਂ ਵੇਲਾ ਜਦੋਂ ਆਪਣੇ ਮਿੱਤਰ ਦੇ ਨਾਲ ਉਸ ਵ੍ਰਿਕਸ਼ ਦੇ ਹੇਠਾਂ ਹੀ ਜਾ ਪੁੱਜਿਆ ਤਾਂ ਉਹ ਵੈਸ਼ਾ ਕੋਲ ਗਿਆ, ਉਹ ਮਹਾਂਪੁਰਖਾਂ ਕੋਲ ਗਿਆ, ਪਰ ਅੱਜ ਚਿੱਤ ਡਾਵਾਡੋਲ ਹੋ ਰਿਹਾ, ਸੋਚ ਰਿਹਾ ਅੱਜ ਤੇ ਮਹਾਂਪੁਰਖਾਂ ਕੋਲੋਂ ਪੁੱਛਾਂਗਾ ਕਿ ਮੇਰੇ ਕੋਲੋਂ ਕੀ ਗੁਸਤਾਖੀ ਹੋ ਗਈ, ਇਹ ਮੇਰੇ ਨਾਲ ਐਦਾਂ ਕਿਉਂ ਵਾਪਰਿਆ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਦੋ ਹੱਥ ਜੋੜ ਕੇ ਮਹਾਂਪੁਰਖਾਂ ਦੇ ਕੋਲੋਂ ਆਖਣ ਲੱਗਾ ਕਿ ਮਹਾਂਪੁਰਖੋਂ ਕੱਲ ਤਾਂ ਇੱਕ ਅਜੀਬ ਘਟਨਾ ਵਾਪਰੀ ਕਿ ਮੇਰਾ ਦੋਸਤ ਮਿੱਤਰ ਰੋਜ਼ ਵੈਸ਼ਿਆ ਦੇ ਕੋਠੇ ਤੇ ਜਾਂਦਾ ਹੈ, ਉਸ ਨੂੰ ਉਸੇ ਸਮਾਂ ਇੱਕ ਸੋਨੇ ਦੀ ਮੋਹਰ ਮਿਲੀ ਔਰ ਮੈਂ ਰੋਜ਼ ਆਪ ਜੀ ਦੇ ਕੋਲੋਂ ਆਉਂਦਾ ਹਾਂ, ਨਿਤਨੇਮ ਕਰਦਾ ਹਾਂ, ਮਨ ਵਿੱਚ ਭਾਵ ਰੱਖਦਾ ਹਾਂ, ਪ੍ਰੇਮ ਰੱਖਦਾ ਹਾਂ, ਬਾਣੀ ਨਾਲ ਜੁੜਦਾ ਹਾਂ, ਸੇਵਾ ਕਰਦਾ ਹਾਂ, ਸਭ ਤੇ ਰਹਿਮ ਵੀ ਕਰਦਾ ਹਾਂ, ਸ਼ਾਂਤ ਸੰਤੋਖ ਨਾਲ ਵੀ ਰਹਿੰਦਾ ਹਾਂ, ਫਿਰ ਮੈਨੂੰ ਇਹ ਕੰਡਾ ਆਰ ਪਾਰ ਕਰ ਗਿਆ। ਮੈਂ ਲੰਗੜਾ ਕੇ ਘਰ ਗਿਆ, ਮੇਰੇ ਦੋਸਤ ਨੇ, ਲਾਲਾ ਨੇ ਵੀ ਮੇਰਾ ਮਜ਼ਾਕ ਉਡਾਇਆ। ਮਹਾਂਪੁਰਖ ਗੰਭੀਰਤਾ ਵਿੱਚ ਆ ਗਏ, ਆਖਣ ਲੱਗੇ, ਜੀਵਨ ਸੁਣ ਤੇ ਸੁਣ, ਤੂੰ ਰੋਜ਼ ਮਹਾਂਪੁਰਖਾਂ ਦੇ ਡੇਰੇ ਤੇ ਆਉਂਦਾ ਹੈ, ਨਿਤਨੇਮੀ ਹੈ, ਸੇਵਾ ਕਰਦਾ ਹੈ, ਇਸ ਕਰਕੇ ਤੇਰਾ ਜਿਹੜਾ ਦੁੱਖ ਸੀ ਉਹ ਹੌਲੀ ਹੌਲੀ ਘਟਦਾ ਗਿਆ। ਕੱਲ ਉਸ ਸਮਾਂ, ਉਸ ਘੜੀ ਜਦ ਤੇਰੇ ਪੈਰ ਵਿੱਚ ਕੰਡਾ ਆਰ ਪਾਰ ਕਰ ਗਿਆ, ਉਸ ਵਕਤ ਤਾਂ ਤੈਨੂੰ ਤੇਰਾ ਪਿਛਲਾ ਕੋਈ ਇਹੋ ਜਿਹਾ ਭਾਰੀ ਕਰਮ ਸੀ, ਇਹੋ ਜਿਹਾ ਕੋਈ ਵੱਡਾ ਪਾਪ ਸੀ ਜਿਹਦੇ ਨਾਲ ਤੈਨੂੰ ਫਾਂਸੀ ਦੀ ਸਜ਼ਾ ਹੋਣੀ ਸੀ। ਪਰ ਰੋਜ਼ ਡੇਰੇ ਤੇ ਆਉਣ ਨਾਲ, ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਦੇ ਨਾਲ, ਸੁਣਨ ਨਾਲ, ਸੇਵਾ ਕਰਨ ਨਾਲ, ਮਨ ਵਿੱਚ ਦਇਆ ਧਰਮ ਰੱਖਣ ਨਾਲ, ਪ੍ਰੇਮ ਭਾਵ ਸ਼ਰਧਾ ਸੰਤੋਖ, ਇਸ ਕਰਕੇ ਉਹ ਤੇਰੀ ਫਾਂਸੀ ਦੀ ਸਜ਼ਾ ਕੱਟ ਗਈ। ਇੱਕ ਛੋਟਾ ਜਿਹਾ ਕੰਡਾ ਤੇਰੇ ਪੈਰ ਨੂੰ ਆਰ ਪਾਰ ਕਰ ਗਿਆ ਤੇ ਤੇਰੇ ਸਾਰੇ ਪਾਪ ਨਾਸ ਹੋ ਗਏ। ਤੇ ਉਹ ਤੇਰਾ ਮਿੱਤਰ ਲਾਲਾ, ਜਿਸ ਨੂੰ ਕੱਲ ਉਸ ਘੜੀ, ਉਸ ਪਲ ਸੋਨੇ ਦਾ ਇਹ ਮਟਕਾ ਭਰਾ ਹੋਇਆ ਸੋਨੇ ਦੀਆਂ ਮੋਹਰਾਂ ਦਾ ਮਿਲਣਾ ਸੀ, ਕਿਉਂਕਿ ਉਸ ਦਾ ਪੁੰਨ ਇਤਨਾ ਵੱਡਾ ਸੀ ਪਿਛਲੇ ਜਨਮ ਦਾ, ਜਿਸ ਕਰਕੇ ਉਸ ਨੂੰ ਸੋਨੇ ਦਾ ਮਟਕਾ ਭਰਾ ਹੋਇਆ ਮੋਹਰਾਂ ਦਾ ਮਿਲਣਾ ਸੀ। ਪਰ ਉਹ ਜਿੱਦਾਂ ਵੈਸ਼ਾ ਕੋਲ ਜਾਂਦਾ ਰਿਹਾ, ਕੁਕਰਮ ਕਰਦਾ ਰਿਹਾ, ਪਾਪ ਕਮਾਉਂਦਾ ਰਿਹਾ, ਇਸ ਕਰਕੇ ਉਸ ਦਾ ਇੱਕ ਇੱਕ ਮੋਹਰ ਕੱਟਦੀ ਗਈ। ਪਰ ਕੱਲ ਜਦ ਵੈਸ਼ਾ ਉਸ ਨੂੰ ਨਾ ਮਿਲੀ ਤੇ ਕੱਲ ਉਹ ਇੱਕ ਮੋਹਰ ਬਚੀ ਹੋਈ ਉਸ ਨੂੰ ਮਿਲੀ। ਭਾਵ ਇਹ ਹੈ, ਇਹ ਜਿਹੜੇ ਦੁੱਖ ਸੁੱਖ ਮਿਲਦੇ ਹਨ, ਜੋ ਅੱਛਾਈ ਬੁਰਾਈ ਮਿਲਦੀ ਹੈ, ਜੋ ਔਗੜਾਂ ਆਉਂਦੀਆਂ ਹਨ, ਇਹ ਸਾਡੇ ਪਿਛਲੇ ਕਰਮ ਦਾ ਹੀ ਫਲ ਹੈ।
ਸਤਿਗੁਰ ਬਾਣੀ ਵਿੱਚ ਵੀ ਸਮਝਾਉਂਦੇ ਹਨ, ਦਾਦਾ ਦੋਸ ਨਾ ਕਹੋ ਦੀਜੈ, ਦੋਸ ਕਰਮਾ ਆਪਣਿਆ, ਜੋ ਮੈਂ ਬੀਜਿਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਵੀ ਸਮਝਾਉਂਦੇ ਹਨ, ਮਨ ਮੂਰਖ ਕਾਹੇ ਬੇ ਲਾਈਏ, ਪੂਰਬ ਲਿਖੇਗਾ ਲਿਖਿਆ ਪਾਈਏ, ਕਿ ਜੋ ਤੂੰ ਕਰਕੇ ਆਇਆ ਹੈ ਉਹੀ ਤੇ ਤੈਨੂੰ ਮਿਲ ਰਿਹਾ। ਇਸ ਕਰਕੇ ਤੇ ਸਤਿਗੁਰੂ ਜੀ ਸਮਝਾਉਂਦੇ ਹਨ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮ ਆਵੇ ਜਾਓ। ਕਿ ਜੋ ਤੂੰ ਬੀਜ ਰਿਹਾ ਹੈ, ਜਿੱਦਾਂ ਕਿਸਾਨ ਜੇ ਧਰਤੀ ਵਿੱਚ ਅੰਬ ਬੋਂਦਾ ਹੈ ਤਾਂ ਸਮਾਂ ਆ ਕੇ ਅੰਬ ਦਾ ਫਲ ਹੀ ਮਿਲਦਾ ਹੈ। ਤਾਂ ਇਸ ਕਰਮ ਭੂਮੀ ਦੇ ਵਿੱਚ ਅਸੀਂ ਵੀ ਜਿਹੜਾ ਬੀਜ ਬੋਵਾਂਗੇ, ਸਮਾਂ ਆ ਕੇ ਉਹੀ ਸਾਨੂੰ ਮਿਲੇਗਾ। ਕਿਉਂਕਿ ਇਤਿਹਾਸ ਦੇ ਵਿੱਚ ਵੀ ਪ੍ਰਮਾਣ ਹੈ ਕਿ ਭੀਸ਼ਮ ਪਿਤਾਮਾ ਜਦੋਂ ਕੰਡਿਆਂ ਦੀ ਸੇਜ ਤੇ ਸੀ ਤੇ ਪਾਂਡਵਾਂ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਉਹਦੀ ਆਖਰੀ ਇੱਛਾ ਪੂਰੀ ਕਰਨ ਲਈ, ਦਰਸ਼ਨ ਦੇਣ ਲਈ ਉਹਦੇ ਕੋਲੋਂ ਗਏ ਤੇ ਭੀਸ਼ਮ ਪਿਤਾਮਾ ਨੇ ਹੱਥ ਜੋੜ ਕੇ ਪੁੱਛਿਆ ਕਿ ਪ੍ਰਭੂ, ਮੇਰੇ 100 ਜਨਮ ਦੇ ਵਿੱਚ ਮੈਨੂੰ ਯਾਦ ਹੈ, ਚੇਤੇ ਹੈ, ਮੈਂ ਕੋਈ ਪਾਪ ਨਹੀਂ ਕੀਤਾ, ਫਿਰ ਇਹ ਮੈਨੂੰ ਕਿਸ ਜਨਮ ਦਾ ਫਲ ਮਿਲ ਰਿਹਾ ਹੈ ਕਿ ਅੱਜ 21 ਦਿਨ ਹੋ ਗਏ ਮੈਂ ਕੰਡਿਆਂ ਦੀ ਸੇਜ ਤੇ ਹਾਂ। ਤੇ ਸਤਿਗੁਰ ਸਮਾਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ ਮੁਸਕਰਾਏ, ਆਖਣ ਲੱਗੇ, ਪਿਤਾਮਾ 100 ਸਾਲ ਦਾ ਤੇ ਤੁਹਾਨੂੰ ਯਾਦ ਹਨ ਕਰਮ, ਆਪਣੇ 101ਵੇਂ ਸਾਲ ਵਿੱਚ ਵੇਖੋ ਤਾਂ 101ਵੇਂ ਸਾਲ ਵਿੱਚ ਆਪਣੀ ਦ੍ਰਿਸ਼ਟੀ ਪਾਈ ਤਾਂ ਕੀ ਵੇਖਦੇ ਹਨ ਕਿ ਆਪਣੀ ਸਖਾ ਦੇ ਨਾਲ ਬਾਲ ਰੂਪ ਦੇ ਵਿੱਚ ਇੱਕ ਅੱਧ ਮਰਾ ਸੱਪ ਚੁੱਕਿਆ, ਘੁਮਾਇਆ, ਸੁੱਟਿਆ, ਉਹ ਸੱਪ ਕੰਡਿਆਂ ਦੇ ਉੱਪਰ ਚੜ੍ਹ ਗਿਆ, 21 ਦਿਨ ਉੱਥੇ ਤੜਫਿਆ। ਉਸ ਦੇ ਫਲ ਨਾਲ ਭੀਸ਼ਮ ਪਿਤਾਮਾ ਨੂੰ ਵੀ 21 ਦਿਨ ਕੰਡਿਆਂ ਦੀ ਸੇਜ ਤੇ ਰਹਿਣਾ ਪਿਆ। ਤੇ ਭਾਵ ਇਹ ਹੈ ਕਿ ਚਾਹੇ ਦੁੱਖ ਹਨ ਚਾਹੇ ਸੁੱਖ ਹਨ, ਇਹਨਾਂ ਤੋਂ ਨਹੀਂ ਘਬਰਾਣਾ, ਨਾ ਹੀ ਕਦੇ ਮਨ ਵਿੱਚ ਇਹ ਲਿਆਉਣਾ ਹੈ ਕਿ ਦੇਖੋ ਇਹ ਅੱਛੇ ਕਰਮ ਕਰਦਾ ਹੈ, ਇਹ ਅੱਛਾ ਇਨਸਾਨ ਹੈ, ਫਿਰ ਇਸ ਨਾਲ ਬੁਰਾ ਕਿਉਂ ਹੋਇਆ। ਬੁਰਾ ਕਿਸੇ ਨਾਲ ਵੀ ਨਹੀਂ ਹੁੰਦਾ, ਇਹ ਤੇ ਕਰਮਾਂ ਦਾ ਲੈਣ ਦੇਣ ਹੈ। ਜੋ ਵੀ ਕਰਮ ਕਰਕੇ ਆਏ ਹਾਂ ਉਹ ਇੱਥੇ ਆ ਕੇ ਭੁਗਤਣੇ ਹਨ। ਜੇਕਰ ਨਿਤਨੇਮ ਕਰਾਂਗੇ, ਬਾਣੀ ਨਾਲ ਜੁੜਾਂਗੇ, ਬਾਣੀ ਪੜ੍ਹਾਂਗੇ, ਸੁਣਾਂਗੇ, ਗਾਵਾਂਗੇ, ਸੰਯਮ ਵਿੱਚ ਰਵਾਂਗੇ, ਧਰਮ ਕਮਾਵਾਂਗੇ, ਸਾਧ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਾਂਗੇ ਤਾਂ ਫਿਰ ਸਾਡੇ ਇਹ ਪਾਪ ਨਾਸ ਹੋ ਜਾਣਗੇ। ਸੁਣਿਐ ਦੁਖ ਪਾਪ ਕਾ ਨਾਸ਼, ਨਾਨਕ ਭਗਤਾ ਸਦਾ ਵਿਕਾਸ। ਫਿਰ ਵਾਹਿਗੁਰੂ ਦੀ ਕਿਰਪਾ ਹੋਏਗੀ ਤੇ ਹੌਲੀ ਹੌਲੀ ਸਾਰੇ ਪਾਪ ਕੱਟ ਜਾਣਗੇ। ਉਹ ਦੁੱਖ ਨਹੀਂ ਰਹੇਗਾ, ਉਸ ਦੁੱਖ ਦੇ ਵਿੱਚ ਵੀ ਸੁੱਖ ਦੀ ਅਨੁਭੂਤੀ ਹੋਏਗੀ। ਕਿਉਂਕਿ ਜਦੋਂ ਪ੍ਰਭੂ ਨਾਲ ਜੁੜਾਂਗੇ ਤੇ ਪ੍ਰਭੂ ਸਾਡੇ ਅੰਗ ਸੰਗ ਹੋਏਗਾ, ਫਿਰ ਉਹ ਨਾ ਸਾਡਾ ਬੁਰਾ ਹੋਣ ਦੇਣਗੇ, ਨਾ ਸਾਨੂੰ ਦੁੱਖ ਮਹਿਸੂਸ ਹੋਣ ਦੇਣਗੇ। ਉਹ ਹਰ ਵੇਲੇ ਸਾਡੇ ਆਰ ਪਾਰ ਰਹਿ ਕੇ ਸਾਡੇ ਸਾਰੇ ਕਾਰਜਾਂ ਦਾ ਸਾਥ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।